हेलो स्टूडेंट्स, वेलकम ऑन जदू एजुकेशन। ਅਸੀਂ ਅੱਜ ਸਾਡਾ ਨੈਕਸਟ PYQ ਕਰਨ ਜਾ ਰਹੇ ਹਾਂ। ਪ੍ਰੀਵੀਅਸ ਈਅਰ ਕੁਐਸਚਨ 2015 ਚ ਆਇਆ ਸੀ ਜਿਹੜਾ। ਦੇਖਦੇ ਹਾਂ ਪਹਿਲਾ ਕੁਐਸਚਨ। ਦ ਟਰਮ ਨੋਸ਼ਨਲ ਫੰਕਸ਼ਨ ਅਪਰੋਚ ਕੈਨ ਆਲਸੋ ਵੀ ਯੂਜ਼ਡ। ਕਹਿੰਦੇ ਇੱਕ ਟਰਮ ਹੈਗੀ ਇਹ ਨੋਸ਼ਨਲ ਫੰਕਸ਼ਨਲ, ਕਿਸ ਚੀਜ਼ ਲਈ ਯੂਜ਼ ਕੀਤੀ ਜਾ ਸਕਦੀ ਹੈਗੀ ਇਹ ਜਾਂਦੀ ਆ। ਨੋਸ਼ਨਲ ਹੁੰਦੀ ਜਿਹੜੀ ਇਹ ਕਮਿਊਨੀਕੇਟਰ ਨਾਲ ਰਿਲੇਟਡ ਹੁੰਦੀ ਹੈਗੀ। ਵੈਸੇ ਪਹਿਲੇ ਦੇਖਦੇ ਜੀ ਸਟਰਕਚਰਲ ਅਪਰੋਚ, ਜਿਹੜੀ ਸਟਰਕਚਰ ਬਣਾਉਣਾ ਦੱਸਿਆ ਜਾਂਦਾ ਹੈਗਾ ਨਾ ਸੈਂਟੈਂਸ ਦਾ। ਸੈਕੰਡ ਸਿਚੁਏਸ਼ਨਲ, ਸਿਚੁਏਸ਼ਨ ਦੇ ਅਕੋਰਡਿੰਗ ਸਾਨੂੰ ਵਰਡ ਯੂਜ਼ ਕਰਨੇ ਨੇ ਉਹ ਸਿਖਾਇਆ ਜਾਂਦਾ। ਫਿਰ ਸਟਰਕਚਰਲ ਸਿਚੁਏਸ਼ਨਲ ਅਪਰੋਚ, ਜਾਂ ਫਿਰ ਫੋਰਥ ਹੈ ਕਮਿਊਨੀਕੇਟਿਵ ਲੈਂਗੁਏਜ ਟੀਚਿੰਗ ਅਪਰੋਚ। ਮਤਲਬ ਅਸੀਂ ਦੇਖਿਆ ਸੀ ਨੋਸ਼ਨਲ ਦਾ ਸੰਬੰਧ ਹੀ ਕਮਿਊਨੀਕੇਸ਼ਨ ਦੇ ਨਾਲ ਹੁੰਦਾ, ਤਾਂ ਸਾਡੀ ਫੋਰਥ ਆਪਸ਼ਨ ਬਣੀ ਪਈ ਹੈ ਇੱਥੇ ਕਮਿਊਨੀਕੇਟਿਵ ਲੈਂਗੁਏਜ ਟੀਚਿੰਗ ਅਪਰੋਚ। ਪ੍ਰੈਪਰੇਟਰੀ ਰੀਡਿੰਗ ਮੇ ਆਲਸੋ ਬੀ ਕਾਲਡ। ਕਹਿੰਦੇ ਪ੍ਰੈਪਰੇਟਰੀ ਰੀਡਿੰਗ ਹੁੰਦੀ ਜਿਹੜੀ ਹੈ ਨਾ ਉਹਨੂੰ ਕੀ ਕਿਹਾ ਜਾਂਦਾ ਹੋਰ। ਫਾਰਮਲ ਰੀਡਿੰਗ ਜਿਹੜੀ ਰਸਮੀ ਰੀਡਿੰਗ ਹੁੰਦੀ ਹੈਗੀ। ਇਨਸੀਡੈਂਟਲ ਰੀਡਿੰਗ ਜਿਹੜੀ ਸਾਨੂੰ ਮਤਲਬ ਜਿਹਦੇ ਵਿੱਚ ਡੇ ਟੂ ਡੇ ਸਾਨੂੰ ਸਾਡੀ ਜਿਹੜੀ ਹੈਗੀ ਰਿਲੇਟਡ ਇਹਦੇ ਨਾਲ ਦੱਸਿਆ ਜਾਂਦਾ ਹੈ ਨਾ ਜੋ ਵੀ ਹੈਗਾ। ਮਤਲਬ ਇਹਦੇ ਵਿੱਚ ਕੋਰਸਿਸ ਕਰਵਾਇਆ ਜਾਂਦਾ ਹੁੰਦਾ ਇਸ ਤਰ੍ਹਾਂ ਨਾਲ ਜਿਹੜਾ ਸਾਡੇ ਡੇਲੀ ਲਾਈਫ ਦੇ ਨਾਲ ਰਿਲੇਟਡ ਹੁੰਦਾ ਹੈਗਾ। ਨੈਕਸਟ ਹੈ ਸਾਡਾ ਲਾਊਡ ਰੀਡਿੰਗ, ਉੱਚੀ ਉੱਚੀ ਬੋਲ ਕੇ ਪੜ੍ਹਨਾ, ਜਾਂ ਐਕਸਟੈਂਸਿਵ ਰੀਡਿੰਗ ਜਿਹੜਾ ਅਸੀਂ ਸਕੂਲ ਤੋਂ ਬਾਹਰ ਜਾ ਕੇ ਕਰੀਕੁਲਮ ਆਊਟ ਆਫ ਕਰੀਕੁਲਮ ਜੋ ਵੀ ਪੜ੍ਹਿਆ ਜਾਂਦਾ ਹੈ ਨਾ ਇਹਦੇ ਵਿੱਚ ਪੋਇਮਸ ਨੋਵਲਸ ਜੋ ਵੀ ਆ ਜਾਂਦਾ ਹੈਗਾ। ਤਾਂ ਪ੍ਰੈਪਰੇਟਰੀ ਰੀਡਿੰਗ ਹੈ ਜਿਹੜਾ ਉਹ ਸਾਡਾ ਇਨਸੀਡੈਂਟਲ ਰੀਡਿੰਗ ਨਾਲ ਸੰਬੰਧਿਤ ਹੁੰਦਾ ਹੈਗਾ। Which of the following method of teaching reading lays emphasis on the individual unit of thoughts and language। ठीक है, thoughts ਤੇ language ਦੇ ਨਾਲ ਰਿਲੇਟਡ ਵੇਖਣਾ ਇਹਨਾਂ ਵਿੱਚੋਂ ਕਿਹੜਾ ਹੈਗਾ। ਲੁੱਕ ਐਂਡ ਸੇ ਮੈਥਡ। ਲੁੱਕ ਐਂਡ ਸੇ ਕੀ ਹੁੰਦਾ, ਵੇਖ ਕੇ ਦੱਸਣਾ। ਜਿੱਦਾਂ ਛੋਟੀ ਕਲਾਸਿਸ ਦੇ ਵਿੱਚ ਹੁੰਦਾ ਗਾ ਅਸੀਂ ਵੇਖਦੇ ਹਾਂ ਕਿ ਬੱਚਿਆਂ ਨੂੰ ਪਿਕਚਰਸ ਵਿਖਾਈਆਂ ਜਾਂਦੀਆਂ ਨੇ ਤੇ ਬੱਚੇ ਪਿਕਚਰ ਵੇਖ ਕੇ ਦੱਸਦੇ ਨੇ ਕੀ ਨੇ ਹੈ ਨਾ। ਵੇਖ ਕੇ ਜਿਹੜਾ ਬੱਚੇ ਮਤਲਬ ਨਕਲ ਕਰਕੇ ਦੱਸਦੇ ਨੇ। ਫਰੇਜ਼ ਮੈਥਡ ਜਿਹਨੂੰ ਅਸੀਂ ਵਾਕਾਂਸ਼ ਮੈਥਡ ਕਹਿ ਦਿੰਦੇ ਹਾਂ। ਵਾਕਾਂਸ਼ ਵਿਧੀ ਹੁੰਦੀ ਹੈਗੀ ਜਿਹੜੀ। ਸੈਂਟੈਂਸ ਮੈਥਡ ਜਿਹਦੇ ਵਿੱਚ ਕੀ ਹੈਗਾ ਕਿਸੇ ਵੀ ਸੈਂਟੈਂਸ ਨੂੰ ਇਹਦੇ ਇੱਕ ਤਰ੍ਹਾਂ ਨਾਲ ਮਤਲਬ ਸੈਂਟੈਂਸ ਬਣਾਉਣਾ ਸਿਖਾਇਆ ਜਾਂਦਾ ਹੈ ਨਾ। ਉਹਦੇ ਵਿੱਚ ਸਾਨੂੰ ਕੀ ਚੀਜ਼ ਹੈ, ਇਹਦੇ ਵਿੱਚ ਸੈਂਟੈਂਸ ਦਾ ਕੋਈ ਸਟਰਕਚਰ ਹੁੰਦਾ ਗਾ, ਕਿਸ ਤਰ੍ਹਾਂ ਨਾਲ ਉਹਨੂੰ ਸਮਰਾਈਜ਼ ਕੀਤਾ ਜਾਂਦਾ ਗਾ, ਕਿਸ ਤਰ੍ਹਾਂ ਨਾਲ ਹਾਈਪੋਥੀਸਿਸ ਜਿਹੜੀ ਇਹਦੇ ਵਿੱਚ ਬਣੀਆਂ ਹੋਈਆਂ ਨੇ ਉਸ ਚੀਜ਼ ਬਾਰੇ ਸਿਖਾਇਆ ਜਾਂਦਾ। ਜਾਂ ਫੋਨਿਕ ਮੈਥਡ ਜਿਹੜਾ ਕਿ ਸਾਊਂਡ ਨਾਲ ਰਿਲੇਟਡ ਹੈਗਾ ਹੈ ਨਾ। ਫੋਨਿਕ ਮੈਥਡ ਜਿਵੇਂ ਕਿ ਇਹਦੇ ਵਿੱਚ ਕੀ ਹੈਗਾ, ਜਿਵੇਂ ਸੀ ਆ ਅਤੇ ਕੇ ਆ ਦੋਨਾਂ ਦਾ ਕੀ ਹੈਗਾ। ਇਹਦੇ ਵਿੱਚ ਸੀ ਨੂੰ ਵੀ ਕਈ ਵਾਰ ਸੱਸਾ ਬੋਲਿਆ ਜਾਂਦਾ, ਕੇ ਨੂੰ ਵੀ ਹੈ ਨਾ ਕੱਕਾ ਬੋਲਿਆ ਜਾਂਦਾ ਗਾ, ਸੀ ਨੂੰ ਵੀ ਕਈ ਵਾਰ ਕੱਕੇ ਦੀ ਸਾਊਂਡ ਕੱਢੀ ਜਾਂਦੀ ਹੈ। ਤਾਂ ਇੱਕ ਤਰ੍ਹਾਂ ਨਾਲ ਫੋਨਿਕ ਮੈਥਡ ਇਹਦੇ ਵਿੱਚ ਸਿਖਾਇਆ ਜਾਂਦਾ। ਨੈਕਸਟ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨਾਟ ਕਰੈਕਟ। ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਸਹੀ ਨਹੀਂ ਹੈਗੀ ਆ। ਡਿਕਟੇਸ਼ਨ ਕੈਨ ਹੈਲਪ ਇਨ ਟੀਚਿੰਗ ਸਪੈਲਿੰਗਸ। ਕਹਿੰਦੇ ਸਪੈਲਿੰਗਸ ਨੂੰ ਟੀਚ ਕਰਨ ਦੇ ਵਿੱਚ ਸਿਖਾਉਣ ਦੇ ਵਿੱਚ ਜਿਹੜੀ ਡਿਕਟੇਸ਼ਨ ਹੈਗੀ ਉਹ ਹੈਲਪ ਕਰ ਸਕਦੀ ਹੈ। ਓਕੇ ਜੀ। ਟਰਾਂਸਕ੍ਰਿਪਸ਼ਨ ਕੈਨ ਬੀ ਯੂਜ਼ਡ ਫॉर ਪ੍ਰੈਕਟਿਸਾਈਜ਼ਿੰਗ ਰਾਈਟਿੰਗ। ਟਰਾਂਸਕ੍ਰਿਪਸ਼ਨ ਕੀ ਹੁੰਦਾ ਗਾ, ਇਹ ਕਿ ਜਦੋਂ ਕੋਈ ਵੀ ਲਿਖੀ ਹੋਈ ਚੀਜ਼ ਹੈ ਨਾ, ਕੋਈ ਵੀ ਟੈਕਸਟ ਹੈਗਾ ਜਿਹੜਾ ਉਹਨੂੰ ਅਸੀਂ ਲਿਖਦੇ ਹੈਗੇ, ਮਤਲਬ ਸੁਣਿਆ ਕਿਸੇ ਅਸੀਂ ਸਪੀਚ ਸੁਣੀ ਆ ਉਹਨੂੰ ਅਸੀਂ ਟੈਕਸਟ ਦੇ ਵਿੱਚ ਲਿਖ ਰਹੇ ਹੈਗੇ ਹੈ ਨਾ, ਰਾਈਟਿੰਗ 'ਚ ਚੇਂਜ ਕਰ ਰਹੇ ਹੈਗੇ, ਤਾਂ ਉਸ ਚੀਜ਼ ਨੂੰ ਟਰਾਂਸਕ੍ਰਿਪਸ਼ਨ ਕਿਹਾ ਜਾਂਦਾ ਗਾ। ਸੁਣ ਕੇ ਜਿਹੜੀ ਚੀਜ਼ ਨੂੰ ਅਸੀਂ ਲਿਖਿਆ ਜਾ ਰਿਹਾ ਹੈਗਾ। ਅੱਗੇ ਹੈਗਾ ਸਬਸਟੀਟਿਊਸ਼ਨ ਟੇਬਲਸ ਮੇ ਬੀ ਆਲਸੋ ਯੂਜ਼ਡ ਫॉर ਟੀਚਿੰਗ ਅ ਨਿਊ ਕੰਸਟਰਕਸ਼ਨ ਆਫ ਅ ਸੈਂਟੈਂਸ। ਕਿਸੇ ਵੀ ਸੈਂਟੈਂਸ ਨੂੰ ਸਿਖਾਉਣ ਦੇ ਲਈ ਜਾਂ ਉਹਨੂੰ ਨਿਊ ਕੰਸਟਰਕਸ਼ਨ ਦੱਸਣ ਦੇ ਲਈ ਕੀ ਹੈ ਟੀਚਰ ਵੱਲੋਂ ਟੇਬਲ ਯੂਜ਼ ਕੀਤੇ ਨੇ। ਸਬਸਟੀਟਿਊਸ਼ਨ ਟੇਬਲ ਕਿਹੜੇ ਹੁੰਦੇ ਟੀਚਰ ਦੁਆਰਾ ਇੱਕ ਤਰ੍ਹਾਂ ਨਾਲ ਇਹਦੇ ਵਿੱਚ ਸਕੈਫੋਲਡਿੰਗ ਆ ਜਾਂਦੀ। ਟੀਚਰ ਦੁਆਰਾ ਮਤਲਬ ਬੱਚਿਆਂ ਦੀ ਹੈਲਪ ਦੇ ਲਈ ਥੋੜ੍ਹੇ ਬਹੁਤੇ ਉਹਨਾਂ ਨੂੰ ਕੀ ਹੈਗਾ ਲਰਨਰ ਦੇ ਅਕੋਰਡਿੰਗ ਇੰਟਰਸਟ ਦੇ ਅਕੋਰਡਿੰਗ ਜਿਹੜੇ ਟੇਬਲ ਪ੍ਰੋਵਾਈਡ ਕਰਵਾਏ ਜਾਂਦੇ ਨੇ। ਇਨ ਅ ਗੁੱਡ ਕੰਪੋਜੀਸ਼ਨ ਆਈਡੀਆਜ਼ ਸ਼ੁੱਡ ਬੀ ਪਲੇਸਡ ਇਨ ਅ ਲੌਜੀਕਲ ਸੀਕੁਐਂਸ। ਕਹਿੰਦੇ ਕਿ ਜੇ ਅਸੀਂ ਕੋਈ ਵਧੀਆ ਕੰਪੋਜੀਸ਼ਨ ਬਣਾਉਣੀ ਹੈਗੀ ਤਾਂ ਉਹਦੇ ਵਿੱਚ ਕਿਹੜੇ ਆਈਡੀਆਜ਼ ਨੇਗੇ ਜਿਹੜੇ ਉਹਨਾਂ ਨੂੰ ਇੱਕ ਲੌਜੀਕਲ ਸੀਕੁਐਂਸ ਦੇ ਵਿੱਚ ਪੇਸ਼ ਕੀਤਾ ਜਾਣਾ ਜ਼ਰੂਰੀ ਹੁੰਦਾ ਗਾ। ਤਾਂ ਇਹਨਾਂ ਨੇ ਨਾਟ ਟਰੂ ਪੁੱਛਿਆ ਸੀ ਕਿਹੜੀ ਸਹੀ ਨਹੀਂ ਹੈਗੀ ਆ। ਤਾਂ ਇਹਨਾਂ ਦਾ ਆਨਸਰ ਆਇਆ ਹੋਇਆ ਸੀਗਾ ਕਿ ਪਹਿਲੀ ਜਿਹੜੀ ਆਪਸ਼ਨ ਹੈਗੀ ਉਹ ਸਹੀ ਨਹੀਂ, ਇਹਨਾਂ ਨੇ ਪਹਿਲੀ ਨੂੰ ਮੰਨਿਆ ਗਾ। ਬਟ ਇਹਦਾ ਮਤਲਬ ਇਹ ਨਹੀਂ ਕਿ ਡਿਕਟੇਸ਼ਨ ਤਾਂ ਹੈਲਪ ਕਰਦੀ ਹੋਈ ਨਾ ਸਪੈਲਿੰਗ ਦੇ ਵਿੱਚ, ਬਟ ਫਿਰ ਵੀ ਉਹਨਾਂ ਦਾ ਆਨਸਰ ਜਿਹੜਾ ਹੈਗਾ ਆਪਾਂ ਮੰਨ ਕੇ ਚੱਲਾਂਗੇ ਤਾਂ ਇਹ ਆਨਸਰ ਇਹਨਾਂ ਨੇ ਕੀਤਾ ਹੈਗਾ ਕਿ ਨਾਟ ਕਰੈਕਟ ਹੈਗਾ। ਸਾਇਲੈਂਟ ਰੀਡਿੰਗ ਮੇ ਵੀ। ਸਾਇਲੈਂਟ ਰੀਡਿੰਗ ਕੀ ਹੋ ਸਕਦੀ ਹੈਗੀ ਇਹਨਾਂ ਨੇ ਪੁੱਛਿਆ ਹੈਗਾ। ਦੇਖੋ ਪ੍ਰੈਪਰੇਟਰੀ ਇਨ ਨੇਚਰ ਦੇ ਵਿੱਚ ਕਿਹੜੀ ਪ੍ਰੈਪਰੇਟਰੀ ਹੁੰਦੀ ਹੈਗੀ ਜਿਹਨੂੰ ਅਸੀਂ ਇਨਸੀਡੈਂਟਲ ਰੀਡਿੰਗ ਕਹਿ ਦਿੰਦੇ ਹੈਗੇ। ਰਿਵਾਈਜ਼ਨਰੀ ਇਨ ਨੇਚਰ ਜਾਂ ਫਿਰ ਕੀ ਹੈਗਾ ਰਿਵੀਜ਼ਨ ਦੇ ਲਈ ਜਿਹੜੀ ਹੈ ਨਾ, ਜਾਂ ਕਿ ਪ੍ਰੈਪਰੇਟਰੀ ਮਤਲਬ ਅਸੀਂ ਤਿਆਰੀ ਕਰਨ ਦੇ ਲਈ ਜਿਹੜੀ ਸਾਇਲੈਂਟ ਰੀਡਿੰਗ ਕਰਦੇ ਹਾਂ ਹਾਂਜੀ, ਜਾਂ ਅਸੀਂ ਰਿਵੀਜ਼ਨ ਦੇ ਲਈ ਵੀ ਸਾਇਲੈਂਟ ਰੀਡਿੰਗ ਕਰਦੇ ਹਾਂ ਹਾਂਜੀ। ਨੀਦਰ ਏ ਆਰ ਬੀ ਔਰ ਬੋਥ, ਤਾਂ ਆ ਜਾਊਗਾ ਬੋਥ ਏ ਐਂਡ ਬੀ ਆਨਸਰ ਆ ਜਾਊਗਾ ਦਾ। ਨੈਕਸਟ ਹੈ ਇਨ ਅ thesaurus birds and phrases of the language are classified according to।
ਇਹਦੇ ਵਿੱਚ ਦੱਸਿਆ ਜਾਂਦਾ ਗਾ ਨਾ ਇੱਕ ਤਰ੍ਹਾਂ ਜਿਵੇਂ ਥੀਸਿਸ ਹੁੰਦਾ ਉਹਦੇ ਵਿੱਚ ਕੀ ਹੁੰਦਾ ਗਾ ਜਿਹੜੇ ਵਰਡਸ ਨੇਗੇ ਜਾਂ ਸਾਡੇ ਫਰੇਜ਼ਸ ਨੇ ਵਾਕਾਂਸ਼ ਹੁੰਦੇ ਨੇਗੇ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਅਸੀਂ ਕਲਾਸੀਫਾਈ ਕਰ ਦਿਆਂਗੇ देयर ਸਾਊਂਡ ਉਹਨਾਂ ਦੇ ਸਾਊਂਡ ਦੇ ਅਕੋਰਡਿੰਗ ਉਹਨਾਂ ਜਾਂ ਫਿਰ ਆਰਥੋਗ੍ਰਾਫੀ ਦੇ ਅਕੋਰਡਿੰਗ ਸਿਮਿਲੈਰਿਟੀ ਇਨ ਮੀਨਿੰਗ ਜਾਂ ਐਟੀਮੋਲੋਜੀ। ਐਟੀਮੋਲੋਜੀ ਕੀ ਹੁੰਦਾ ਜੀ ਜਿੱਦਾਂ ਮਤਲਬ ਕੋਈ ਵੀ ਵਰਡਸ ਨੇ ਉਹਨਾਂ ਦੇ ਓਰੀਜਨ ਦੀ ਸਟੱਡੀ ਕਰਨੀ ਵੀ ਕੋਈ ਵਰਡ ਕਿੱਥੋਂ ਓਰੀਜੀਨੇਟ ਹੋਇਆਗਾ ਹੈ ਨਾ। ਐਟੀਮੋਲੋਜੀ ਹੁੰਦਾ ਗਾ ਸਟੱਡੀ ਆਫ ਵਰਡਸ ਸਟੱਡੀ ਆਫ ਓਰੀਜਨ ਆਫ ਵਰਡਸ ਠੀਕ ਹੈ ਸ਼ਬਦਾਂ ਦੇ ਓਰੀਜਨ ਦੀ ਸਟੱਡੀ ਕਰਨੀ ਸਿਮਿਲੈਰਿਟੀ ਇਨ ਮੀਨਿੰਗ ਦੇ ਵਿੱਚ ਸਿਮਿਲਰ ਹੋਣਾ ਠੀਕ ਹੈ ਇੱਕੋ ਜਿਹਾ। ਆਰਥੋਗ੍ਰਾਫੀ ਕੀ ਹੁੰਦਾ ਜੀ ਸਾਡਾ ਲਿਪੀ ਵਿਗਿਆਨ ਜਿਹਨੂੰ ਅਸੀਂ ਕਹਿ ਦਿੰਦੇ ਹੈਗੇ ਓਕੇ। ਤਾਂ ਅਸੀਂ ਵੇਖਣਾ ਥਿਸੌਰਸ ਕੀ ਹੁੰਦਾ ਗਾ ਨਾ ਕੋਈ ਵਰਡਸ ਹੁੰਦੇ ਨੇ ਫਰੇਜ਼ਸ ਹੁੰਦੇ ਨੇ ਲੈਂਗੁਏਜ ਦੇ ਇਹਨਾਂ ਨੂੰ ਕਿਸ ਤਰ੍ਹਾਂ ਨਾਲ ਕਲਾਸੀਫਾਈ ਕੀਤਾ ਜਾਂਦਾ ਉਹਨਾਂ ਦੇ ਮੀਨਿੰਗ ਦੇ ਅਕੋਰਡਿੰਗ ਅਲੱਗ-ਅਲੱਗ ਕੀ ਉਹਨਾਂ ਦਾ ਮੀਨਿੰਗ ਕੀ ਉਹਨਾਂ ਦੇ ਵਿੱਚ ਸਿਮਿਲੈਰਿਟੀਜ਼ ਨੇਗੀਆਂ ਫਿਰ ਉਹਨਾਂ ਦੇ ਅਕੋਰਡਿੰਗ ਤੇ ਥਰਡ ਆਪਸ਼ਨ ਬਿਲਕੁਲ ਸਹੀ ਹੈ ਜੀ। ਇਫ ਅ ਸਟੂਡੈਂਟ ਇਜ਼ ਆਸਕਡ ਟੂ ਰਾਈਟ ਐਨ ਐਸੇ ਔਨ ਇਫ ਆਈ ਵਰ ਅ ਕਿੰਗ ਵੀ ਆਸਕਿੰਗ ਹਿਮ ਟੂ ਰਾਈਟ ਅ ਠੀਕ ਹੈ ਇੱਕ ਬੱਚੇ ਨੂੰ ਜੇ ਕਿਹਾ ਜਾਂਦਾ ਵੀ ਤੂੰ ਐਸੇ ਲਿਖਣਾ ਗਾ ਕਿਸ ਟੌਪਿਕ ਤੇ ਲਿਖਣਾ ਇਫ ਆਈ ਵਰ ਅ ਕਿੰਗ ਜੇ ਮੈਂ ਇੱਕ ਰਾਜਾ ਹੁੰਦਾ ਤਾਂ ਅਸੀਂ ਉਹਨੂੰ ਕਿਸ ਟਾਈਪ ਦਾ ਐਸੇ ਲਿਖਣ ਲਈ ਕਹਿ ਰਹੇ ਹਾਂ। ਫਸਟ ਹੈ ਡਿਸਕ੍ਰਿਪਟਿਵ ਐਸੇ ਸੈਕੰਡ ਰਿਫਲੈਕਟਿਵ ਐਸੇ ਐਕਸਪੋਜੀਟਰੀ ਐਸੇ ਜਾਂ ਇਮੈਜੀਨੇਟਿਵ ਐਸੇ। ਤਾਂ ਹੁਣ ਸਾਹਮਣੇ ਪਤਾ ਲੱਗ ਰਿਹਾ ਸਾਨੂੰ ਵੀ ਜੇ ਮੈਂ ਰਾਜਾ ਹੁੰਦਾ ਜੇ ਮੈਂ ਰਾਜਾ ਹੁੰਦਾ ਤਾਂ ਇਮੈਜੀਨੇਸ਼ਨ ਕੀਤੀ ਜਾ ਰਹੀ ਹੈ ਇਟ ਮੀਨ ਸਾਡੀ ਫੋਰਥ ਆਪਸ਼ਨ ਬਣੇਗੀ ਜੀ ਇਮੈਜੀਨੇਟਰੀ ਐਸੇ ਆ ਜਾਏਗਾ। ਗਰੁੱਪਿੰਗ ਦਾ ਸਿਸਟਮ ਆਫ ਲੈਂਗੁਏਜ ਮੀਨਸ ਹਾਂਜੀ ਗਰੁੱਪਿੰਗ ਦਾ ਸਿਸਟਮ ਆਫ ਲੈਂਗੁਏਜ ਦੇ ਮਤਲਬ ਕਿ ਇੱਕ ਤਰ੍ਹਾਂ ਗਰੁੱਪ ਬਣਾਉਣਾ ਤਾਂ ਉਹਦਾ ਮਤਲਬ ਕੀ ਹੁੰਦਾ ਗਰੁੱਪਿੰਗ ਆਫ ਸਾਊਂਡਸ ਗਰੁੱਪਿੰਗ ਆਫ ਵਰਡਸ ਗਰੁੱਪਿੰਗ ਆਫ ਮੀਨਿੰਗਸ ਜਾਂ ਫਿਰ ਗਰੁੱਪਿੰਗ ਆਫ ਸਾਊਂਡਸ ਵਰਡਸ ਫਰੇਜ਼ਸ ਐਂਡ ਮੀਨਿੰਗਸ। ਤਾਂ ਅਸੀਂ ਕਿਸੇ ਵੀ ਸਿਸਟਮ ਦਾ ਗਰੁੱਪਿੰਗ ਦੀ ਗੱਲ ਕਰਨੀ ਹੈਗੀ ਤਾਂ ਇਹਦਾ ਮਤਲਬ ਕੀ ਹੁੰਦਾ ਗਾ ਕਿ ਉਹਦੇ ਵਿੱਚ ਸਾਊਂਡਸ ਦਾ ਵੀ ਗਰੁੱਪ ਹੋਏਗਾ ਉਹਦੇ ਵਿੱਚ ਵਰਡਸ ਦੇ ਵੀ ਗਰੁੱਪ ਹੋਣਗੇ ਫਰੇਜ਼ਸ ਦੇ ਵੀ ਮੀਨਿੰਗਸ ਦੇ ਵੀ ਹੈ ਨਾ। ਤਾਂ ਸਿੱਧੀ ਜੀ ਸਾਡੀ ਫੋਰਥ ਆਪਸ਼ਨ ਬਿਲਕੁਲ ਸਹੀ ਬਣੀ ਜਾਂਦੀ ਹੈ ਜੀ ਇਹਦੇ ਵਿੱਚ। ਨੈਕਸਟ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨਾਟ ਕਰੈਕਟ ਇਹਨਾਂ ਵਿੱਚੋਂ ਦੇਖਣਾ ਕਿਹੜੀ ਸਹੀ ਨਹੀਂ ਹੈਗੀ ਆ। ਫੋਨੈਮਿਕ ਇਜ਼ ਅ ਫਨੀਮ ਹੈਗਾ ਫਨੀਮ ਇਜ਼ ਦਾ ਸਮੋਲੈਸਟ ਯੂਨਿਟ ਆਫ ਅ ਸਪੀਚ ਔਨ ਦਾ ਸਾਊਂਡ ਸਾਈਡ ਠੀਕ ਹੈ। ਜਿਹੜੀ ਕਹਿੰਦੇ ਫਨੀਮ ਹੈਗੀ ਉਹ ਇੱਕ ਸਮੋਲੈਸਟ ਯੂਨਿਟ ਹੁੰਦੀ ਹੈ ਠੀਕ ਹੈ। ਆਪਾਂ ਪਿਛਲੀਆਂ ਕਲਾਸਿਸ ਦੇ ਵਿੱਚ ਕੀਤਾ ਵੀ ਹੈਗਾ ਸੀ ਇਹ ਆਪਾਂ ਟਰਮਸ ਦੇ ਵਿੱਚ ਕੀਤਾ ਸੀ ਫਨੀਮ ਬਾਰੇ ਕਿ ਇੱਕ ਇਹ ਸਾਊਂਡ ਦੇ ਸਾਈਡ ਤੋਂ ਵੇਖਿਆ ਜਾਵੇ ਨਾ ਤਾਂ ਸਾਊਂਡ ਦੀ ਸਭ ਤੋਂ ਸਮੋਲੈਸਟ ਯੂਨਿਟ ਕਿਹੜੀ ਹੁੰਦੀ ਹੈ ਫਨੀਮ ਹੁੰਦੀ ਆ ਓਕੇ। ਨੈਕਸਟ ਹੈ ਮੋਰਫੀਮ ਇਜ਼ ਦਾ ਬੇਸਿਕ ਯੂਨਿਟ ਸਪੀਚ ਆਫ ਦਾ ਮੀਨਿੰਗ ਸਾਈਡ। ਜੇ ਹੁਣ ਅਸੀਂ ਮੀਨਿੰਗ ਦੇ ਸਾਈਡ ਤੋਂ ਵੇਖਦੇ ਫਿਰ ਮੋਰਫਿਕ ਜਿਹੜੀ ਉਹ ਬੇਸਿਕ ਯੂਨਿਟ ਮਤਲਬ ਸਭ ਤੋਂ ਸਮੋਲੈਸਟ ਸਭ ਤੋਂ ਜਿਹੜੀ ਬੇਸਿਕ ਜੀ ਯੂਨਿਟ ਕਿਹੜੀ ਸਾਡੀ ਉਹ ਹੁੰਦੀ ਹੈਗੀ ਮੋਰਫੀਮ ਹੁੰਦੀ ਹੈ ਮੀਨਿੰਗ ਸਾਈਡ ਤੋਂ ਵੇਖਿਆ ਜਾਵੇ ਠੀਕ ਹੈ ਜੀ। ਨੈਕਸਟ ਮੋਰਫੀਮ ਇਜ਼ ਦਾ ਫਸਟ ਬੇਸਿਕ ਯੂਨਿਟ ਇਨ ਦਾ ਐਕਸਪ੍ਰੈਸ਼ਨ ਸਿਸਟਮ ਆਫ ਦਾ ਲੈਂਗੁਏਜ ਦੇ ਐਕਸਪ੍ਰੈਸ਼ਨ ਕਰਨ ਦੇ ਵਿੱਚ ਲੈਂਗੁਏਜ ਨੂੰ ਐਕਸਪ੍ਰੈਸ ਕਰਨ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਬੇਸਿਕ ਯੂਨਿਟ ਕਿਹੜੀ ਹੈ ਕਹਿੰਦੇ ਮੋਰਫੀਮ ਹੈਗੀ ਓਕੇ। ਮੋਰਫੀਮ ਇਜ਼ ਟਿਪੀਕਲੀ ਕੰਪੋਜ਼ਡ ਆਫ 1 to several ਫਨੀਮਸ। ਮੋਰਫੀਮ ਕੀ ਹੈਗੀ ਕਹਿੰਦੇ ਉਹ ਇੱਕ ਤੋਂ ਲੈ ਕੇ ਕਈ ਸਾਰੇ ਫਨੀਮਸ ਨੂੰ ਮਿਲਾ ਕੇ ਬਣੀ ਹੋਈ ਯੂਨਿਟ ਹੁੰਦੀ ਹੈ ਠੀਕ ਹੈ ਜਿਹੜੀ ਮੋਰਫੀਮ ਹੈ। ਤਾਂ ਸਾਨੂੰ ਇੱਥੇ ਨਾਟ ਕਰੈਕਟ ਪੁੱਛਿਆ ਗਿਆ ਠੀਕ ਹੈ। ਨਾਟ ਕਰੈਕਟ ਕੀ ਹੈਗਾ ਅਸੀਂ ਦੇਖਿਆਗਾ ਕਿ ਫੋਨਿਕ ਸਾਈਡ ਤੋਂ ਦੇਖਿਆ ਜਾਵੇ ਤਾਂ ਸਾਊਂਡ ਦੇ ਪੱਖ ਤੋਂ ਤਾਂ ਫੋਨਿਕ ਹੈਗਾ ਜਿਹੜਾ ਫਨੀਮ ਹੈ ਸਭ ਤੋਂ ਸਮੋਲੈਸਟ ਯੂਨਿਟ ਹੈਗੀ ਹੈ ਹਾਂਜੀ। ਮੀਨਿੰਗ ਸਾਈਡ ਤੋਂ ਦੇਖਿਆ ਜਾਵੇ ਮੋਰਫੀਮ ਵੀ ਬੇਸਿਕ ਯੂਨਿਟ ਹੈਗੀ ਤਾਂ ਸਾਡੀ ਜਿਹੜੀ ਸੀ ਆਪਸ਼ਨ ਉਹ ਇਹਦੇ ਮੁਤਾਬਕ ਸਹੀ ਨਹੀਂ ਬਣਦੀ ਹੈਗੀ ਆ। ਨੈਕਸਟ ਕੁਐਸਚਨ ਹੈ ਜੀ ਦੈਟ ਲੈਂਗੁਏਜ ਕੈਨ ਬੀ ਲਰਨਡ ਇਜ਼ ਅ ਕਹਿੰਦੇ ਜਿਹੜੀ ਲੈਂਗੁਏਜ ਆ ਉਹ ਸਿੱਖੀ ਜਾ ਸਕਦੀ ਹੈ ਕੀ ਹੈਗੀ ਇੱਕ ਮਿਥ ਹੈ ਜਿਹੜੀ ਮਿਥ ਬਣੀ ਹੋਈ ਹੁੰਦੀ ਹੈ ਨਾ ਜਾਂ ਫਿਰ ਇੱਕ ਟਰੁੱਥ ਹੈ ਸੱਚਾਈ ਆ ਜਾਂ ਹਰਸੇ ਹੈਗਾ। ਹਰਸੇ ਕੀ ਹੁੰਦਾ ਗਾ ਜਿਹੜਾ ਕੋਈ ਵੀ ਮਤਲਬ ਜਿਵੇਂ ਇੱਕ ਚੀਜ਼ ਆ ਨਾ ਜਿਹੜੇ ਉਹਦੇ ਵਿਰੋਧਤਾ ਦੇ ਵਿੱਚ ਕੋਈ ਵੀ ਚੀਜ਼ ਉਤਪੰਨ ਹੁੰਦੀ ਹੈਗੀ ਜਿਹੜੀ ਇੱਕ ਵਿਚਾਰ ਪੇਸ਼ ਕੀਤਾ ਗਿਆ ਕੋਈ ਵੀ ਥਾਟ ਹੈਗਾ ਤਾਂ ਉਹਦੇ ਆਪੋਜ਼ਿਟ ਜਿਹੜਾ ਦੂਜਾ ਥਾਟ ਆ ਜਾਂਦਾ ਗਾ ਠੀਕ ਹੈ ਤਾਂ ਉਹਨੂੰ ਅਸੀਂ ਹਰਸੇ ਬੋਲਦੇ ਕੋਈ ਆਪੋਜੀਸ਼ਨ ਦੇ ਵਿੱਚ ਹੋਣਾ। ਫਿਕਸ਼ਨ ਕੀ ਹੁੰਦਾ ਜਿਹੜਾ ਅਸੀਂ ਕੱਲ ਪਹਿਲਾਂ ਟਰਮਸ ਦੇ ਵਿੱਚ ਵੀ ਕਰਕੇ ਗਏ ਹਾਂ ਜਿਹੜਾ ਕਿ ਨੋਵਲ ਸਟੋਰੀਜ਼ ਵਗੈਰਾ ਹੁੰਦੀਆਂ ਨੇ ਜਿਹੜੀਆਂ ਇਮੈਜੀਨੇਸ਼ਨ 'ਤੇ ਆਧਾਰਿਤ ਹੁੰਦੀਆਂ ਸਾਡੀ ਕਲਪਨਾ 'ਤੇ ਆਧਾਰਿਤ ਹੁੰਦੀਆਂ ਨੇਗੀਆਂ ਤਾਂ ਇਹਦੇ ਵਿੱਚ ਕੀ ਹੈਗਾ ਕਲਪਨਾ ਤਾਂ ਹੁੰਦੀ ਨਹੀਂ ਹੈਗੀ ਇਹ ਨਾ ਹੀ ਕੋਈ ਇਹਦੇ ਵਿੱਚ ਆਪੋਜੀਸ਼ਨ ਦਰਸਾਈ ਗਈ ਹੈਗੀ ਤਾਂ ਮਿੱਥ ਵੀ ਨਹੀਂ ਹੈਗੀ ਤਾਂ ਇਹ ਟਰੁੱਥ ਹੁੰਦਾ ਗਾ ਕਿ ਜਿਹੜੀ ਲੈਂਗੁਏਜ ਉਹ ਸਿੱਖੀ ਜਾ ਸਕਦੀ ਹੈ ਹਾਂਜੀ ਸੱਚਾਈ ਹੈ ਇਹਦੇ ਵਿੱਚ। ਵਿਚ ਆਫ ਦਾ ਫੋਲੋਇੰਗ ਸਿਸਟਮਸ ਆਫ ਲੈਂਗੁਏਜ ਰੈਫਰਸ ਟੂ ਦਾ ਸਿਸਟਮ ਆਫ ਮੀਨਿੰਗਸ ਇਹਨਾਂ ਦੇ ਵਿੱਚੋਂ ਨਾਲ ਅਸੀਂ ਦੇਖਣਾਗੇ ਇਹਨਾਂ ਵਿੱਚੋਂ ਕਿਹੜਾ ਗਾ ਜਿਹੜਾ ਮੀਨਿੰਗ ਨੂੰ ਰੈਫਰ ਕਰਦਾ ਗਾ ਕਿਸੇ ਵੀ ਸਿਸਟਮ।
ਫੋਨੋਲੋਜੀ ਕੀ ਹੁੰਦਾ, ਸਾਊਂਡ ਨਾਲ ਰਿਲੇਟਡ ਹੁੰਦਾ। ਸਿੰਟੈਕਸ ਕੀ ਹੁੰਦਾ ਜੀ, ਇਹਦੇ ਵਿੱਚ ਮੀਨਿੰਗ ਨਾਲ ਰਿਲੇਟਡ ਇਹ ਨਹੀਂ ਹੁੰਦਾ ਗਾ, ਹੈ ਨਾ। ਮੋਰਫੋਲੋਜੀ ਦੇ ਵਿੱਚ ਕੀ ਦੇਖਿਆ ਗਾ ਅਸੀਂ ਨੇ, ਇਹ ਵੀ ਮੀਨਿੰਗ ਨਾਲ ਰਿਲੇਟਡ ਨਹੀਂ ਹੁੰਦਾ। ਤਾਂ ਜਿਹੜਾ ਸਮੈਂਟਿਕਸ ਹੁੰਦੇ ਨੇਗੇ, ਸਮੈਂਟਿਕਸ ਦਾ ਮਤਲਬ ਇਹ ਕੀ ਹੁੰਦਾ, ਮੀਨਿੰਗ ਨਾਲ ਰਿਲੇਟਡ ਹੁੰਦਾ ਗਾ। ਓਕੇ, ਦਾ ਚੇਂਜਸ ਇਨ ਐਨੀ ਲੈਂਗੁਏਜ ਰਿਫਲੈਕਟ, ਕਿਸੇ ਵੀ ਲੈਂਗੁਏਜ ਦੇ ਵਿੱਚ ਜਦੋਂ ਚੇਂਜ ਆਉਂਦੇ ਨੇ ਤਾਂ ਉਹ ਕਿਸ ਚੀਜ਼ ਦੀ ਰਿਫਲੈਕਸ਼ਨ ਹੁੰਦੇ ਨੇ, ਇੰਡੀਵਿਜੂਅਲ ਵੇਰੀਏਬਿਲਿਟੀ, ਮਤਲਬ ਵਿਅਕਤੀਗਤ ਤੌਰ 'ਤੇ ਜਿਹੜੀ ਵਿਭਿੰਨਤਾਵਾਂ ਹੁੰਦੀਆਂ ਨੇਗੀਆਂ, ਜਾਂ ਫਿਰ ਮੈਸਿਵ ਔਰ ਯੂਨੀਫਾਰਮ ਅਲਟਰੇਸ਼ਨ। ਮੈਸਿਵ ਔਰ ਯੂਨੀਫਾਰਮ ਅਲਟਰੇਸ਼ਨ ਮਤਲਬ, ਮੈਸਿਵ ਐਂਡ ਯੂਨੀਫਾਰਮ ਅਲਟਰੇਸ਼ਨ ਮਤਲਬ ਕੀ ਹੁੰਦਾ ਗਾ, ਵਿਸ਼ਾਲ ਤੇ ਇੱਕਸਾਰ ਜਿਹੜੀ ਤਬਦੀਲੀ ਆਉਂਦੀ ਹੈਗੀ, ਠੀਕ ਹੈ। ਲੈਂਗੁਏਜ ਦੇ ਵਿੱਚ ਚੇਂਜਸ ਆਉਂਦੇ ਨੇ, ਚੇਂਜਸ ਨੂੰ ਕੀ ਚੀਜ਼ਾਂ ਰਿਫਲੈਕਟ ਕਰਦੀਆਂ ਨੇ ਉਹੀ ਦੱਸਿਆ ਗਿਆ। ਜਾਂ ਫਿਰ ਥਰਡ ਹੈ ਯੂਨੀਫਾਰਮ ਐਂਡ ਗ੍ਰੈਜੂਅਲ ਅਲਟਰੇਸ਼ਨ। ਯੂਨੀਫਾਰਮ ਮਤਲਬ ਕੀ ਹੁੰਦਾ ਗਾ, ਹੈ ਨਾ, ਇੱਕਸਾਰ ਤੇ ਹੌਲੀ ਹੌਲੀ ਜਿਹੜੀ ਤਬਦੀਲੀ ਉਹਦੇ ਵਿੱਚ ਆ ਰਹੀ ਹੈ ਲੈਂਗੁਏਜ ਦੇ ਵਿੱਚ। ਜਾਂ ਫਿਰ ਆ ਗਿਆ ਫੋਰਥ ਆਪਸ਼ਨ ਹੈ ਮੈਸਿਵ, ਯੂਨੀਫਾਰਮ ਐਂਡ ਗ੍ਰੈਜੂਅਲ ਅਲਟਰੇਸ਼ਨ। ਮੈਸਿਵ ਕੀ ਹੈ, ਵਿਸ਼ਾਲ, ਯੂਨੀਫਾਰਮ ਮਤਲਬ ਇੱਕਸਾਰ, ਗ੍ਰੈਜੂਅਲ ਮਤਲਬ ਹੌਲੀ ਹੌਲੀ ਜਿਹੜੀ ਤਬਦੀਲੀ ਆਉਂਦੀ ਰਹਿੰਦੀ ਹੈਗੀ, ਠੀਕ ਹੈ। ਤਾਂ ਅਸੀਂ ਕੀ ਦੇਖਣਾ ਗਾ, ਪੂਰੀ ਵਿਸ਼ਾਲ ਵੀ ਹੁੰਦੀ ਹੈ ਨਾ, ਤੇ ਇੱਕਸਾਰ ਵੀ ਹੌਲੀ ਹੌਲੀ ਤਬਦੀਲੀ ਜਿਹੜੀ ਆਉਂਦੀ ਰਹਿੰਦੀ ਆ। ਤਾਂ ਇਹਦੇ ਮੁਤਾਬਕ ਸਾਡੀ ਫੋਰਥ ਆਪਸ਼ਨ ਸਹੀ ਹੈ ਜੀ। ਨੈਕਸਟ ਕੀ ਹੈਗਾ, ਰਜਿਸਟਰ ਐਜ਼ ਅ ਵੈਰਾਈਟੀ ਆਫ ਲੈਂਗੁਏਜ ਹੈਡ ਯੂਜ਼ਡ ਬਾਈ ਅ ਸਪੈਸੀਫਿਕ ਗਰੁੱਪ ਆਫ ਪੀਪਲ ਰੈਫਰਸ ਟੂ। ਰਜਿਸਟਰ ਕੀ ਇੱਕ ਟਰਮ ਹੈਗੀ, ਇਹ ਮਤਲਬ ਲੈਂਗੁਏਜ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈਗੀ, ਠੀਕ ਹੈ, ਇੱਕ ਸਪੈਸੀਫਿਕ ਗਰੁੱਪ ਆਫ ਪੀਪਲ ਦੁਆਰਾ। ਤਾਂ ਇਹ ਕੀ ਹੁੰਦਾ, ਕਹਿੰਦੇ ਲੈਕਸੀਕਲ ਡਿਫਰੈਂਸਿਸ। ਲੈਕਸੀਕਲ ਕੀ ਹੁੰਦੇ, ਡਿਫਰੈਂਸਿਸ ਮਤਲਬ ਜਿਹੜੇ ਸ਼ਾਬਦਿਕ ਅੰਤਰ ਹੁੰਦੇ ਨੇ ਜਿਹੜੇ, ਠੀਕ ਹੈ। ਲੈਕਸੀਕਲ ਡਿਫਰੈਂਸਿਸ ਕਿਹੜੇ ਨੇ ਜੀ, ਸ਼ਾਬਦਿਕ ਅੰਤਰ ਨੇ। ਲੈਕਸੀਕਲ ਡਿਫਰੈਂਸਿਸ ਐਂਡ ਗ੍ਰਾਮੈਟੀਕਲ ਫੀਚਰਸ, ਗ੍ਰਾਮਰ ਦੇ ਨਾਲ ਸੰਬੰਧਿਤ ਜਿਹੜੀਆਂ ਸਾਡੀਆਂ ਵਿਸ਼ੇਸ਼ਤਾਵਾਂ ਨੇ ਤੇ ਨਾਲ ਹੀ ਜਿਹੜੇ ਸਾਡੇ ਸ਼ਾਬਦਿਕ ਅੰਤਰ ਨੇ ਇਹਦੇ ਵਿੱਚ। ਜਾਂ ਫਿਰ ਥਰਡ ਹੈ ਗ੍ਰਾਮੈਟੀਕਲ ਐਂਡ ਫੋਨੋਲੋਜੀਕਲ ਫੀਚਰਸ। ਗ੍ਰਾਮਰ ਦੇ ਨਾਲ ਸੰਬੰਧਿਤ ਤੇ ਫੋਨੋਲੋਜੀਕਲ ਕਿਹੜੇ ਸਾਡੇ ਧੁਨੀ ਨਾਲ ਸੰਬੰਧਿਤ ਹੁੰਦੇ ਨੇ ਜਿਹੜੇ, ਹਨਾ, ਧੁਨੀ ਸੰਬੰਧੀ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਜਿਹੜੀਆਂ। ਓਕੇ, besides lexical differences grammatical and phonological features as well। ਜਾਂ ਫਿਰ ਕਹਿੰਦੇ ਕੀ ਹੈਗਾ ਵੀ ਜਿਹੜੀ ਵੀ ਸਾਡੇ ਸ਼ਾਬਦਿਕ ਅੰਤਰ ਆਉਣਗੇ, ਗ੍ਰਾਮੈਟੀਕਲ ਫੀਚਰਸ ਨੇ ਜਾਂ ਕੋਈ ਫੋਨੋਲੋਜੀਕਲ ਫੀਚਰਸ ਨੇ, ਉਹਨਾਂ ਤੋਂ ਬਿਨਾਂ ਜਿਹੜੇ ਬਾਕੀ ਯੂਜ਼ ਕੀਤੇ ਜਾਂਦੇ ਨੇ, ਜਿਹੜਾ ਕੋਈ ਵੀ ਗਰੁੱਪ ਜਿਹੜਾ ਹੈਗਾ ਪੀਪਲ ਲੋਕਾਂ ਦੁਆਰਾ, ਉਹਨੂੰ ਰਜਿਸਟਰ ਕਹਿੰਦੇ ਹੈਗੇ ਅਸੀਂ। ਤਾਂ ਸਾਡੀ ਫੋਰਥ ਆਪਸ਼ਨ ਆਏਗੀ ਇਹਦੇ ਵਿੱਚ ਜੀ, ਜਿਹੜੀ ਇਹਦੇ ਮੁਤਾਬਕ ਸਹੀ ਹੈਗੀ ਆ। ਵਿਚ ਆਫ ਦਾ ਟ੍ਰੈਡੀਸ਼ਨਲ ਕਲਾਸੀਕਲ ਮੈਥਡ ਆਫ ਟੀਚਿੰਗ ਇੰਗਲਿਸ਼। ਇਹਨਾਂ ਦੇ ਵਿੱਚੋਂ ਕਹਿੰਦੇ ਟ੍ਰੈਡੀਸ਼ਨਲ ਪਰੰਪਰਾਵਾਦੀ ਕਿਹੜਾ ਕਲਾਸੀਕਲ ਮੈਥਡ ਹੈਗਾ ਇੰਗਲਿਸ਼ ਨੂੰ ਟੀਚ ਕਰਨ ਦਾ, ਡਾਇਰੈਕਟ ਮੈਥਡ। ਤਾਂ ਅਸੀਂ ਦੇਖਿਆ ਸੀ ਡਾਇਰੈਕਟ ਮੈਥਡ ਦੇ ਵਿੱਚ ਕੀ ਹੁੰਦਾ ਜੀ, ਜਿਹੜੀ ਅਸੀਂ ਟਾਰਗੇਟ ਲੈਂਗੁਏਜ ਬੱਚੇ ਨੂੰ ਸਿਖਾਉਣੀ ਚਾਹੁੰਦੇ ਹਾਂ, ਹੈ ਨਾ, ਜਿਹੜੀ ਵੀ ਅਸੀਂ ਕੋਈ ਵੀ ਟਾਰਗੇਟ ਲੈਂਗੁਏਜ ਹੈ ਸਾਡੀ, ਜਿਹੜੀ ਮਤਲਬ ਸੈਕੰਡ ਲੈਂਗੁਏਜ ਬੱਚੇ ਨੂੰ ਅਸੀਂ ਸਿਖਾਉਣੀ ਚਾਹੁੰਦੇ ਹਾਂਗੇ, ਤਾਂ ਉਹਨੂੰ ਅਸੀਂ ਡਾਇਰੈਕਟ ਸਿਖਾਉਣਾਗਾ। ਇਹ ਨਹੀਂ ਹੈਗਾ ਕਿ ਉਹਨੂੰ ਅਸੀਂ ਆਪਣੀ ਮਾਤ ਭਾਸ਼ਾ ਦੇ ਵਿੱਚ ਕਨਵਰਟ ਕਰਕੇ ਸਿਖਾ ਰਹੇ ਹਾਂ। ਬਾਈਲਿੰਗੁਅਲ ਮੈਥਡ ਦੇ ਵਿੱਚ ਕੀ ਹੈਗਾ, ਦੋ ਭਾਸ਼ਾਵਾਂ ਯੂਜ਼ ਕੀਤੀਆਂ ਜਾਂਦੀਆਂ ਸੀਗੀਆਂ, ਇੱਕ ਬੱਚੇ ਦੀ ਟਾਰਗੇਟ ਲੈਂਗੁਏਜ ਯੂਜ਼ ਕੀਤੀ ਜਾਂਦੀ ਸੀ, ਇੱਕ ਬੱਚੇ ਦੀ ਮਦਰ ਟੰਗ ਯੂਜ਼ ਕੀਤੀ ਜਾਂਦੀ ਆ। ਟੈਕਸਟ ਬੁੱਕ ਮੈਥਡ ਦੇ ਵਿੱਚ ਕੀ ਹੈਗਾ, ਟੈਕਸਟ ਬੁੱਕ ਦੇ ਥਰੂ ਪੜ੍ਹਾਇਆ ਜਾਂਦਾ ਬੱਚੇ ਨੂੰ। ਜਾਂ ਫਿਰ ਟਰਾਂਸਲੇਸ਼ਨ ਮੈਥਡ, ਮਤਲਬ ਉਹਨੂੰ ਕਿ ਉਹੀ ਗੱਲ ਆ ਜਾਂਦੀ ਹੈ ਕਿ ਬੱਚੇ ਨੂੰ ਜਿਹੜੀ ਅਸੀਂ ਸੈਕੰਡ ਲੈਂਗੁਏਜ ਸਿਖਾਉਣੀ ਹੈਗੀ, ਹੈ ਨਾ, ਜੋ ਵੀ ਬੱਚੇ ਨੂੰ ਅਸੀਂ ਸੈਕੰਡ ਲੈਂਗੁਏਜ ਸਿਖਾਉਣਾ ਚਾਹੁੰਦੇ ਹਾਂ, ਉਹਨੂੰ ਟਰਾਂਸਲੇਟ ਕਿਹਦੇ ਵਿੱਚ ਅਸੀਂ ਕਰ ਰਹੇ ਹਾਂ ਜੀ, ਬੱਚੇ ਦੀ ਮਦਰ ਟੰਗ ਦੇ ਵਿੱਚ ਉਹਨੂੰ ਟਰਾਂਸਲੇਟ ਕਰਕੇ ਸਿਖਾ ਰਹੇ ਹਾਂਗੇ। ਤਾਂ ਅਸੀਂ ਟ੍ਰੈਡੀਸ਼ਨਲ ਇਹ ਹੈਗਾ ਨਾ, ਕਲਾਸੀਕਲ ਮੈਥਡ ਕਿਹੜਾ ਹੈਗਾ ਜੀ, ਟਰਾਂਸਲੇਸ਼ਨ ਮੈਥਡ ਹੀ ਹੈਗਾ। ਵਿਚ ਆਫ ਦਾ ਫੋਲੋਇੰਗ ਸਟੇਟਮੈਂਟਸ ਇਜ਼ ਨਾਟ ਟਰੂ ਇਨ ਕੇਸ ਆਫ ਡਾਇਰੈਕਟ ਮੈਥਡ। ਡਾਇਰੈਕਟ ਮੈਥਡ ਦੇ ਸੰਬੰਧ ਵਿੱਚ ਕਿਹੜਾ ਸਹੀ ਨਹੀਂ ਹੈਗਾ, ਧਿਆਨ ਨਾਲ ਦੇਖਣਾ ਆਪਾਂ ਜੀ, ਨਾਟ। ਗ੍ਰਾਮਰ ਪ੍ਰੋਸੀਡਸ ਲੈਂਗੁਏਜ ਲਰਨਿੰਗ। ਗ੍ਰਾਮਰ ਕਿਹਨੂੰ ਪ੍ਰੋਸੀਡ ਕਰਦੀ ਹੈਗੀ, ਲੈਂਗੁਏਜ ਨੂੰ ਮਤਲਬ ਸਿੱਖਣ ਦੇ ਵਿੱਚ, ਹੈ ਨਾ, ਫੋਲੋ ਕੀਤਾ ਜਾਂਦਾ ਹੈਗਾ ਗ੍ਰਾਮਰ ਨੂੰ। ਗ੍ਰਾਮਰ ਇਜ਼ ਟੌਟ ਇੰਡਕਟਿਵਲੀ। ਗ੍ਰਾਮਰ ਹੈ ਕਿਹੜੀ, ਇਹਦੇ ਜੇ ਡਾਇਰੈਕਟ ਮੈਥਡ ਆ ਤਾਂ ਇਹਦੇ ਵਿੱਚ ਕਹਿੰਦੇ ਗ੍ਰਾਮਰ ਹੈ ਜਿਹੜੀ ਉਹ ਅਸੀਂ ਇੰਡਕਟਿਵਲੀ ਸਿਖਾ ਰਹੇ ਹਾਂਗੇ, ਮਤਲਬ ਉਹਨੂੰ ਆਗਮਨ ਵਿਧੀ ਨਾਲ ਸਿਖਾਇਆ ਜਾ ਰਿਹਾ। ਪਹਿਲਾਂ ਅਸੀਂ ਕੀ ਹੈ, ਬੱਚੇ ਦੇ ਸਾਹਮਣੇ ਐਗਜ਼ਾਮਪਲ ਪੇਸ਼ ਕਰ ਰਹੇ ਹਾਂ, ਦੈਨ ਬੱਚੇ ਨੂੰ ਅਸੀਂ ਉਹਦੇ ਸੰਬੰਧੀ ਰੂਲ ਦੱਸ ਰਹੇ ਹਾਂ। ਵਰਡਸ ਐਂਡ ਫਰੇਜ਼ਸ ਆਰ ਟੌਟ ਐਟ ਡੈਫੀਨੇਟ ਸਟੇਜਸ ਥਰੂ ਸਪੋਕਨ ਲੈਂਗੁਏਜ। ਸਪੋਕਨ ਲੈਂਗੁਏਜ ਦੇ ਥਰੂ ਅਸੀਂ ਬੱਚੇ ਨੂੰ ਕੀ ਸਿਖਾਉਂਦੇ ਆਂਗੇ, ਵਰਡਸ ਤੇ ਫਰੇਜ਼ਸ ਸਿਖਾਉਣੇ ਹੈਗੇ ਇੱਕ ਡੈਫੀਨੇਟ ਪਾਰਟੀਕੂਲਰ ਸਟੇਜ ਤੇ ਜਾ ਕੇ, ਉਹ ਵੀ ਜਦੋਂ ਬੱਚਾ ਸਿੱਖਣ ਦੇ ਯੋਗ ਹੋ ਜਾਂਦਾ ਗਾ। ਨੈਕਸਟ, ਆਰਟੀਕੂਲੇਸ਼ਨ ਵਿਦ ਕਰੈਕਟ ਪ੍ਰੋਨਾਂਸੀਏਸ਼ਨ ਐਂਡ ਇੰਟੋਨੇਸ਼ਨ ਇਜ਼ ਇੰਪੋਰਟੈਂਟ। ਆਰਟੀਕੂਲੇਸ਼ਨ ਕੀ ਹੁੰਦਾ ਜੀ, ਉਚਾਰਨ, ਹੈ ਨਾ, ਇੱਕ ਸਹੀ ਜਿਹੜਾ ਅਸੀਂ ਪ੍ਰੋਨਾਊਂਸ ਕਰ ਰਹੇ ਹਾਂਗੇ, ਸਹੀ ਮਤਲਬ ਸ਼ਬਦਾਂ ਨੂੰ ਬੋਲ ਰਹੇ ਹਾਂਗੇ, ਉਹਦੇ ਵਿੱਚ ਆਰਟੀਕੂਲੇਸ਼ਨ ਜ਼ਰੂਰੀ ਹੈ, ਇੰਟੋਨੇਸ਼ਨ ਵੀ ਜ਼ਰੂਰੀ ਹੈਗੀ। ਜਿਹੜੀ ਸੁਰ, ਲੈਅ, ਤਾਲ, ਉਤਾਰ ਚੜਾਵ ਹੁੰਦੇ ਨੇ ਜਿਹੜੇ, ਹੈ ਨਾ, ਲੈਂਗੁਏਜ ਦੇ ਵਿੱਚ ਜੋ ਵੀ ਉਤਾਰ ਚੜਾਵ ਹੁੰਦੇ ਨੇ, ਉਹ ਵੀ ਕਹਿੰਦੇ ਇਹਦੇ ਵਿੱਚ ਸਿੱਖਣ ਵਿੱਚ ਜ਼ਰੂਰੀ ਹੁੰਦੇ ਨੇ। ਤਾਂ ਡਾਇਰੈਕਟ ਮੈਥਡ ਨਾਲ ਸੰਬੰਧਿਤ ਸਾਨੂੰ ਪੁੱਛਿਆ ਕਿਹੜਾ ਨਾਟ ਟਰੂ ਹੈਗਾ।
ਤਾਂ ਸਾਡੀ ਏ ਆਪਸ਼ਨ ਜਿਹੜੀ ਇਹਦੇ ਵਿੱਚ ਸਹੀ ਨਹੀਂ ਹੈਗੀ ਆ, ਬਾਕੀ ਤਿੰਨੋਂ ਆਪਸ਼ਨਾਂ ਸਹੀ ਨੇਗੀਆਂ, ਤਾਂ ਸਾਡੀ ਇਹਦੇ ਵਿੱਚੋਂ ਏ ਆਪਸ਼ਨ ਬਣੂਗੀ ਜੀ। ਹਾਂਜੀ, ਆਪਣਾ ਅੱਜ 2015 ਵਾਲਾ ਕੁਐਸਚਨ ਪੇਪਰ ਖਤਮ ਹੋਇਆ। ਓਕੇ, ਥੈਂਕ ਯੂ।